ਅਸੀਂ ਕਿੱਥੇ ਜਿਉਂਦੇ ਹਾਂ, ਆਈਨੈਸ 'ਤੇ ਜਿਉਂਦੇ ਹਾਂ ਕਿ ਵੂਈਨੈਸ 'ਤੇ ਜਿਉਂਦੇ ਹਾਂ, ਬਹੁਤ ਵੱਡਾ ਫਰਕ ਪੈ ਜਾਂਦਾ। ਜੇ ਮੈਂ ਆਈਨੈਸ 'ਤੇ ਕੇਂਦਰਿਤ ਹਾਂ ਤਾਂ ਮੈਨੂੰ ਸਾਰਾ ਕੁਛ ਹੀ ਹੋਏਗਾ, ਘਬਰਾਹਟ ਵੀ ਹੋਏਗੀ, ਗੁੱਸਾ ਵੀ ਆਏਗਾ। ਜੇ ਮੈਂ ਵੂਈਨੈਸ 'ਤੇ ਕੇਂਦਰਿਤ ਹਾਂ ਤਾਂ ਫਿਰ ਮੈਂ ਸਾਰਿਆਂ ਬਾਰੇ ਸੋਚੂੰਗਾ, ਸਾਰਿਆਂ ਬਾਰੇ। ਹੁਣ ਜਿਹੜਾ ਗੁਰੂ ਸਾਹਿਬ ਨੇ ਸਰਬੱਤ ਦਾ ਭਲਾ ਕਿਹਾ, ਉਹ ਸਰਬੱਤ 'ਚ ਕੀ ਸ਼ਾਮਿਲ ਹੈ? ਸਰਬੱਤ 'ਚ ਜੀਵ ਜੰਤੂ ਵੀ ਸ਼ਾਮਿਲ ਨੇ, ਸਾਰੀ ਕੁਦਰਤ ਕਾਇਨਾਤ ਸ਼ਾਮਿਲ ਹੈ, ਇਕੱਲੀ ਇਸ ਧਰਤੀ ਦੇ ਜੀਵ ਨਹੀਂ। ਸਾਡਾ ਧਰਮ ਤਾਂ ਕਹਿੰਦਾ ਹੋਰ ਧਰਤੀਆਂ 'ਤੇ ਵੀ ਜਿਹੜੇ ਜੀਵ ਵਸਦੇ ਹੋਣ ਉਹ ਵੀ ਖੁਸ਼ ਰਹਿਣ, ਸੁਖੀ ਰਹਿਣ। ਇੱਥੋਂ ਤੱਕ ਦਾ ਸਰਬੱਤ ਦਾ, ਤਾਂ ਉਹ ਜਿਹੜੇ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਅੱਜ ਆਈਨੈਸ 'ਤੇ ਆ ਗਈ ਹੈ। ਹਰ ਬੰਦਾ ਮੈਂ ਤਾਂ ਸੋਚਦਾ ਵੀ ਮੈਨੂੰ ਕਿਉਂ ਨਹੀਂ ਮਿਲਿਆ। ਨਿੱਕਾ ਜਿਹਾ ਬੱਚਾ ਹੈ, ਉਹਨੂੰ ਵੀ ਅਸੀਂ ਇਹੋ ਜਿਹਾ ਪਾਠ ਪੜ੍ਹਾਤਾ ਵੀ ਉਹ ਵੀ ਹੁਣ ਬੱਚੇ ਵੀ ਗੁੱਸਾ ਕਰਨ ਲੱਗੇ, ਅਤੇ ਬੱਚੇ ਵੀ ਡਿਪਰੈਸ਼ਨ ਦਾ ਸ਼ਿਕਾਰ ਹੋਣ ਲੱਗੇ, ਅਤੇ ਬੱਚਿਆਂ ਨੂੰ BP ਹੋਣ ਲੱਗੇ। ਮੋਟੇ ਤੌਰ 'ਤੇ ਦੋ ਹੀ ਤਰ੍ਹਾਂ ਦੇ ਸਿੰਪਟਮ ਨੇ ਮਾਨਸਿਕ ਰੋਗਾਂ ਦੇ। ਇੱਕ ਤਾਂ ਡਿਪਰੈਸ਼ਨ ਹੈ। ਡਿਪਰੈਸ਼ਨ ਦਾ ਮਤਲਬ ਹੈ ਕਿ ਮੈਂ ਟੁੱਟਿਆ ਮਹਿਸੂਸ ਕਰ ਰਿਹਾ, ਬਾਕੀ ਨਾਲ ਗੱਲ ਨਹੀਂ ਕਰਨੀ ਚਾਹੁੰਦਾ, ਹਾਸਾ ਨਹੀਂ ਆਉਂਦਾ, ਮੈਂ ਇਕੱਲਾ ਰਹਿਣਾ ਚਾਹੁੰਦਾ, ਭੁੱਖ ਨਹੀਂ ਲੱਗਦੀ, ਪਿਆਸ ਨਹੀਂ ਲੱਗਦੀ, ਤਾਂ ਉਹ ਹੈ। ਦੂਜਾ ਹੈ ਕਿ ਚਿੰਤਾ ਹੈ, ਹਾਈਪਰ, ਉਹਨੂੰ ਘਬਰਾਹਟ ਹੋ ਰਹੀ ਹੈ, ਉਹਨੂੰ ਕਾਹਲੀ ਮੱਚ ਰਹੀ ਹੈ। ਦੋ ਹੀ ਲਾਮਤਾਂ ਨੇ ਮੁੱਖ ਤੌਰ 'ਤੇ। ਗੁਰੂ ਗੋਬਿੰਦ ਸਿੰਘ ਚਮਕੌਰ ਦੀ ਗੜੀ 'ਚ ਨੇ, ਸਿੰਘਾਂ ਨੇ ਉਹਨਾਂ ਨੂੰ ਕਹਿ ਦਿੱਤਾ ਵੀ ਤੁਸੀਂ ਜਾਓ, ਤੁਸੀਂ ਤੁਹਾਡੇ ਬਿਨਾਂ ਇੱਥੇ ਹੁਣ ਜਿਹੜਾ ਜੰਗ ਹੈ ਇਹਦੇ ਸਿੰਘ ਸ਼ਹੀਦੀਆਂ ਹੋਣੀਆਂ ਨੇ, ਅਤੇ ਤੁਸੀਂ ਨਿਕਲ ਜਾਓ ਕਿ ਤੁਹਾਡੀ ਲੋੜ ਹੈ ਕੌਮ ਨੂੰ। ਅਤੇ ਗੁਰੂ ਸਾਹਿਬ ਨੇ ਹੁਕਮ ਮੰਨ ਲਿਆ, ਨਿਕਲ ਤੁਰੇ ਉੱਥੋਂ। ਉਹਨਾਂ ਨੂੰ ਕਿਹਾ ਵੀ ਸਾਹਿਬਜ਼ਾਦਿਆਂ ਨੂੰ ਨਾਲ ਲੈ ਜਾਓ। ਕਹਿੰਦੇ ਨਾ, ਇਹ ਸਾਹਿਬਜ਼ਾਦੇ ਇੱਥੇ ਲੜਨਗੇ, ਅਤੇ ਸਾਹਿਬਜ਼ਾਦੇ ਉੱਥੇ ਛੱਡ ਕੇ ਗਏ। ਸਾਹਿਬਜ਼ਾਦਿਆਂ ਨੇ ਵੀ ਨਹੀਂ ਜਾਣ ਤੇ ਹਾਮੀ ਭਰੀ, ਉਹ ਵੀ ਕਹਿੰਦੇ ਅਸੀਂ ਲੜਾਂਗੇ। ਕਿ ਇਹ ਕੌਮ ਹੈ, ਉਸ ਵਿਰਸੇ ਦੀ ਕੌਮ ਕਹੇ ਵੀ ਅਸੀਂ ਤਾਂ ਸਾਨੂੰ ਤਾਂ ਡਿਪਰੈਸ਼ਨ ਹੋਇਆ, ਕਿੱਡੀ ਮਾੜੀ ਗੱਲ ਹੈ। ਜਿਹੜਾ ਕਿਸਾਨ ਹੈ, ਮੰਨ ਲਓ ਉਹਦਾ ਕਰਜ਼ਾ ਤੇ ਕਰਕੇ ਜੋ ਕਿਸਾਨ ਕਰ ਰਿਹਾ ਨਾ ਸੁਸਾਈਡ, ਜੇ ਕਰਜ਼ਾ ਨਹੀਂ ਵੀ ਲਾ ਸਕੂਗਾ ਤਾਂ ਕੀ ਉਹਦੇ ਸਿਰ 'ਤੇ ਪਹਾੜ ਗਿਰ ਜਾਏਗਾ। ਜੀਵਨ ਤਾਂ ਬੜਾ ਵੱਡਾ ਹੈ, ਲੇਕਿਨ ਉਸ ਵੇਲੇ ਉਹ ਡਿਪਰੈਸ਼ਨ 'ਚ ਇੰਨਾ ਚਲਾ ਜਾਂਦਾ ਕਿ ਉਹਨੂੰ ਉਹ ਬਾਕੀ ਸਭ ਕੁਝ ਦਿਖਣੋਂ ਬੰਦ ਹੋ ਜਾਂਦਾ, ਉਨੇ ਕੁ ਦਾਇਰੇ 'ਚ ਰਹਿ ਜਾਂਦਾ, ਅਤੇ ਫਿਰ ਉਹ ਸੁਸਾਈਡ ਕਰ ਜਾਂਦਾ। ਇਸ ਕਰਕੇ ਜਿਹੜਾ ਇਹ ਵਰਤਾਰਾ ਡਿਪਰੈਸ਼ਨ ਦਾ, ਇਹਦੇ ਜੇ ਆਪਾਂ ਇਹਨੂੰ ਇਹ ਲਈਏ ਕਿ ਕੁਦਰਤ ਦਾ ਮੈਸੇਜ ਹੈ ਕਿ ਗਲਤ ਜਾ ਰਹੇ ਹੋ, ਠੀਕ ਥਾਂ 'ਤੇ ਆਓ, ਰੁਕੋ ਅਤੇ ਸੋਚੋ। ਜੇ ਸਮਾਜ ਉਹਨੂੰ ਬਿਮਾਰੀ ਨਾ ਸਮਝ ਕੇ, ਦਵਾਈਆਂ ਨਾ ਖਾ ਕੇ, ਹੁਣ ਅਸੀਂ ਕਿ ਦਵਾਈਆਂ ਸ਼ੁਰੂ ਕਰ ਲੈਂਦੇ ਹਾਂ। ਹੁਣ ਮਾਡਰਨ ਮੈਡੀਕਲ ਸਿਸਟਮ ਨੂੰ ਦਵਾਈਆਂ ਦੇ ਜਾਂਦਾ। ਉਹ ਡਿਪਰੈਸ਼ਨ ਦੀ ਦਵਾਈਆਂ ਤੁਸੀਂ ਦੇ ਦਿੱਤੀਆਂ ਤਾਂ ਸਾਰੀਆਂ ਦਵਾਈਆਂ ਦਾ ਇੱਕੋ ਹੀ ਰੋਲ ਹੈ ਕਿ ਉਹ ਸਾਰੇ ਦੇ ਸਾਰੇ ਨਰਵਸ ਸਿਸਟਮ ਨੂੰ ਡਿਪਰੈਸ ਕਰ ਦਿੰਦੇ ਆ। ਕਿ ਤੁਸੀਂ ਅੱਛੀ ਡਾਈਟ ਖਾਓ, ਅੱਛੀ ਡਾਈਟ ਨਾਲ ਕੁਛ ਐਕਸਰਸਾਈਜ਼ ਕਰੋ। ਕਹਿੰਦੇ ਐਕਸਰਸਾਈਜ਼ ਇਜ਼ ਦਾ ਬੈਸਟ ਐਂਟੀ ਡਿਪਰੈਸੈਂਟ। ਜਿਹੜਾ ਬੰਦਾ ਵਰਜਿਸ਼ ਕਰਦਾ, ਉਹ ਗੱਲ ਉੱਥੇ ਹੀ ਹੁੰਦੀ ਹੈ ਕਿ ਉਹ ਆਪਣੇ ਖੋਲ 'ਚੋਂ ਬਾਹਰ ਤਾਂ ਨਿਕਲੇ, ਉਹ ਚਾਹੇ ਉਹ ਵਰਜਿਸ਼ ਰਾਹੀਂ ਨਿਕਲੇ, ਚਾਹੇ ਉਹ ਆਪਣੇ ਬਾਰੇ ਅੱਛੀ ਡਾਈਟ ਖਾ ਕੇ ਤਾਂ ਵੀ ਤਾਂ ਨਿਕਲਿਆ, ਕੁਛ ਨਿਕਲਿਆ ਨਾ। ਉਹਨੇ ਸੋਚਿਆ ਵੀ ਮੈਂ ਡਾਈਟ ਅੱਛੀ ਖਾਣੀ ਹੈ। ਜਾਂ ਉਹ ਹੱਸੇ, ਜਾਂ ਉਹ ਗਾਵੇ, ਜਾਂ ਉਹ ਨੱਚੇ, ਜਾਂ ਉਹ ਸਮਾਜ 'ਚ ਸੋਸ਼ਲਾਈਜ਼ ਕਰੇ, ਦੋ ਲੋਕਾਂ ਨੂੰ ਮਿਲੇ ਗਿਲੇ, ਜੋ ਵੀ ਕਰੇਗਾ ਉਹ ਆਈਨੈਸ ਤੋਂ ਬਾਹਰ ਆਏਗਾ। ਗੱਲ ਉਹ ਤਰੀਕਾ ਹੈ ਉਹਦਾ। ਅਸੀਂ ਮੈਡੀਟੇਸ਼ਨ ਸਿਖਾਉਂਦੇ ਲੋਕਾਂ ਨੂੰ, ਮੈਡੀਟੇਸ਼ਨ ਸਿਖਾਉਣੀ ਸ਼ੁਰੂ ਕੀਤੀ ਹੈ ਕਿ ਵਾਹਿਗੁਰੂ ਜਾਪ ਕਰੋ, ਵਾਹਿਗੁਰੂ ਜਾਪ ਕਰਕੇ ਅੰਤਰਮੁਖੀ ਹੋ ਕੇ ਆਪਣੀ ਉਹਦੇ ਬਾਰੇ ਸੋਚੋ, ਜੋ ਤੁਹਾਡੇ ਵਿਚਾਰ ਆਉਂਦੇ ਆ। ਅਤੇ ਵਿਚਾਰ ਵੀ ਤੁਹਾਨੂੰ ਅਲਟੀਮੇਟਲੀ ਜਦੋਂ ਤੁਸੀਂ ਅੰਤਰਮੁਖੀ ਗੱਲ ਹੋ ਕੇ ਆਪਣੇ ਡਿਪਰੈਸ਼ਨ ਦੇ ਉੱਪਰ ਮੈਡੀਟੇਸ਼ਨ ਕਰਦੇ ਹੋ ਤਾਂ ਕੁਦਰਤ ਤੁਹਾਨੂੰ ਇਹ ਗੱਲ ਮੈਸੇਜ ਦੇ ਜਾਂਦੀ ਹੈ, ਬੱਚੇ ਕੀ ਖਾਸ ਗੱਲ ਹੈ, ਇਹ ਨਿੱਕੀ ਜਿਹੀ ਗੱਲ ਹੈ, ਨਿਕਲ ਬਾਹਰ, ਬਾਕੀ ਲੋਕਾਂ ਨਾਲ ਜੁੜ, ਤੂੰ ਆਪਣੀ ਸਮੱਸਿਆਵਾਂ ਹੱਲ ਕਰ, ਫਲਾਣੇ ਨਾਲ ਜੁੜ, ਆਪਣੇ ਜੋ ਪਰਿਵਾਰ ਨਾਲ ਜੁੜ, ਆਪਣੇ ਰਿਸ਼ਤੇਦਾਰੀਆਂ ਨਾਲ ਜੁੜ, ਆਪਣੇ ਦੋਸਤਾਂ ਮਿੱਤਰਾਂ ਨਾਲ ਜੁੜ, ਉੱਥੇ ਰਲ ਕੇ ਕੰਮ ਕਰ। ਉਹ ਫਿਰ ਉਹ ਵੀ ਮੈਸੇਜ ਉੱਥੇ ਉਹੀ ਆਉਣਾ। ਸੋ ਇਹ ਨਿੱਕਾ ਜਿਹਾ ਮੇਰੇ ਖਿਆਲ ਸਟੈਪ ਹੈ, ਜੇ ਆਪਾਂ ਇਹ ਕ੍ਰੋਸ ਕਰ ਜਾਈਏ ਤਾਂ ਕੋਈ ਡਿਪਰੈਸ਼ਨ ਨਹੀਂ ਹੈ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਗੁਰਪ੍ਰੀਤ ਸਿੰਘ ਬੱਲ ਪੰਜਾਬ ਨਿਊਜ਼ ਦੇਖ ਰਹੇ ਹਾਂ, ਤੁਹਾਡਾ ਸਵਾਗਤ ਕਰਦਾ ਤੇ ਉਮੀਦ ਕਰਦਾ ਦੋਸਤੋ ਤੁਸੀਂ ਠੀਕ ਠਾਕ ਹੋਵੋਗੇ। ਦੋਸਤੋ ਅੱਜ ਦੀ ਇੰਨੀ ਬਿਜ਼ੀ ਜ਼ਿੰਦਗੀ ਦੇ ਵਿੱਚ ਕਿਸੇ ਕੋਲ ਵੀ ਇੰਨਾ ਸਮਾਂ ਨਹੀਂ ਕਿ ਉਹ ਰੁਕ ਕੇ ਆਪਣੀ ਸਿਹਤ ਦਾ ਥੋੜ੍ਹਾ ਧਿਆਨ ਰੱਖ ਸਕੇ। ਵੈਸੇ ਪੰਜਾਬੀਆਂ ਦੀ ਕੌਮ ਬੜੀ ਮਹਾਨ ਕੌਮ ਕਹੀ ਜਾਂਦੀ ਹੈ, ਪਰ ਫਿਰ ਵੀ ਅੱਜ ਦੀ ਜ਼ਿੰਦਗੀ ਦੇ ਵਿੱਚ ਜੇ ਮੈਂ ਪੰਜਾਬੀਆਂ ਦੀ ਹੀ ਗੱਲ ਕਰਾਂ ਤਾਂ ਬਹੁਤ ਗਿਣਤੀ ਲੋਕ ਐਸੇ ਨੇ ਕਿ ਜਿਹੜੇ ਡਿਪਰੈਸ਼ਨ ਦੇ ਸ਼ਿਕਾਰ ਹੋ ਰਹੇ ਨੇ। ਇਹ ਬਿਮਾਰੀ ਐਸੀ ਹੈ ਕਿ ਮੈਨੂੰ ਲੱਗਦਾ ਬਹੁਤਿਆਂ ਦੇ ਘਰਾਂ ਦੇ ਵਿੱਚ ਜਿਹੜੇ ਲੋਕ ਨੇ ਉਹ ਡਿਪਰੈਸ਼ਨ ਤੋਂ ਰੁੱਝੇ ਹੋਏ ਨੇ। ਕਿਸੇ ਤਰੀਕੇ ਦੇ ਨਾਲ ਇਹ ਬਿਮਾਰੀ ਇੱਦਾਂ ਦੀ ਬਣ ਗਈ
ਕਿ ਘਰਾਂ ਦੇ ਵਿੱਚ ਇੱਕ ਘਰ ਕਰਕੇ ਬਹਿ ਗਈ, ਕੋਈ ਦਵਾਈ ਕੋਈ ਮੈਡੀਕਲ ਟਰੀਟਮੈਂਟ ਕੰਮ ਨਹੀਂ ਕਰਦਾ ਜਦੋਂ ਇੱਕ ਬੰਦਾ ਡਿਪਰੈਸ਼ਨ ਦੇ ਵਿੱਚ ਚਲ ਜਾਵੇ। ਉੱਪਰੋਂ ਤਾਂ ਬਹੁਤ ਹੱਸਦੇ ਨੇ ਪਰ ਅੰਦਰੋਂ ਕਿਤੇ ਨਾ ਕਿਤੇ ਜਿਹੜਾ ਆ ਉਹ ਐਸੇ ਗਮ ਲੈ ਕੇ ਬੈਠੇ ਹੁੰਦੇ ਨੇ ਕਿ ਹੋਰਾਂ ਤੋਂ ਦੱਸੇ ਵੀ ਨਹੀਂ ਜਾਂਦੇ। ਕਈ ਵਾਰ ਇੱਦਾਂ ਦੇ ਡਿਪਰੈਸ਼ਨ ਦੇ ਮਰੀਜ਼ ਹੁੰਦੇ ਨੇ ਕਿ ਜਿਹੜੇ ਕਿੰਨਾ ਚਿਰ ਤਾਂ ਬਿਲਕੁਲ ਬੋਲਦੇ ਵੀ ਨਹੀਂ, ਯਾਨੀ ਕਿ ਬੋਲਣਾ ਵੀ ਬਿਲਕੁਲ ਭੁੱਲ ਜਾਂਦੇ ਨੇ। ਅੱਜ ਇਸੇ ਵਿਸ਼ੇ ਤੇ ਮੇਰੇ ਨਾਲ ਗੱਲ ਕਰਨ ਵਾਸਤੇ ਐਕਸਪਰਟ ਹੋਣਗੇ ਡਾਕਟਰ ਅਮਰ ਸਿੰਘ ਆਜ਼ਾਦ, ਜਿਨ੍ਹਾਂ ਨਾਲ ਅਕਸਰ ਅਸੀਂ ਮਿਲਦੇ ਹਾਂ ਕਿਸੇ ਟੌਪਿਕ ਤੇ। ਸਭ ਤੋਂ ਪਹਿਲਾਂ ਡਾਕਟਰ ਸਾਹਿਬ ਦਾ ਸਵਾਗਤ ਕਰਦੇ ਹਾਂ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ, ਠੀਕ ਠਾਕ ਹੋ? ਸਤਿ ਸ਼੍ਰੀ ਅਕਾਲ ਜੀ ਸਾਰੇ ਦੋਸਤੋ, ਸਿਹਤ ਕਿਵੇਂ? ਵਧੀਆ, ਫਸਟ ਕਲਾਸ। ਅੱਛਾ, ਸ਼ੁਰੂਆਤ ਕਰਦੇ ਕਿਉਂਕਿ ਪੰਜਾਬੀਆਂ ਦੀ ਕੌਮ ਜਿਵੇਂ ਕਹੀ ਜਾਂਦੀ ਸੀ ਵੀ ਬੜੀ ਮਹਾਨ ਕੌਮ ਹੈ, ਯੋਧਿਆਂ ਦੀ ਕੌਮ ਕਹੀ ਜਾਂਦੀ ਸੀ, ਪਰ ਮਜਬੂਰਨ ਅੱਜ ਇਸੇ ਕੌਮ ਦੇ ਵਿੱਚ ਵੀ ਬਹੁ ਗਿਣਤੀ ਲੋਕ ਜਿਹੜੇ ਐਸੇ ਨੇ ਜਿਹੜੇ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਨੇ। ਕਾਰਨ ਕੀ ਮੰਨਦੇ ਹੋ ਵੀ ਅੱਜ ਦੀ ਜ਼ਿੰਦਗੀ ਦੇ ਵਿੱਚ ਜਿਹੜੇ ਜ਼ਿਆਦਾਤਰ ਲੋਕ ਨੇ ਉਹ ਡਿਪਰੈਸ਼ਨ ਦਾ ਸ਼ਿਕਾਰ ਹੁੰਦੇ ਜਾ ਰਹੇ ਨੇ, ਚਾਹੇ ਛੋਟੇ ਬੱਚਿਆਂ ਦੀ ਵੀ ਗੱਲ ਕਰਾਂ? ਦੇਖੋ, ਮੇਰਾ ਜਿਹੜਾ ਨਜ਼ਰੀਆ ਨਾ, ਜਿਹੜਾ ਮੇਰਾ ਹੀ ਨਜ਼ਰੀਆ ਨਹੀਂ, ਬਹੁਤ ਲੋਕਾਂ ਦਾ ਨਜ਼ਰੀਆ, ਜਿਹੜੀ ਹੁਣ ਲੇਟੈਸਟ ਅੰਡਰਸਟੈਂਡਿੰਗ ਆ ਰਹੀ ਨਾ ਬਿਮਾਰੀਆਂ ਦੀ ਸਮਝ ਦੀ, ਉਹ ਜਿਹੜੀ ਆ ਰਹੀ ਹੈ ਉਹ ਆਪਾਂ ਬਰੀਫਲੀ ਜੇ ਦੋਸਤਾਂ ਨਾਲ ਸਾਂਝੀ ਕਰਦੇ ਹਾਂ ਕਿ ਅਸਲ 'ਚ ਡਿਪਰੈਸ਼ਨ ਨੂੰ ਬਿਮਾਰੀ ਨਹੀਂ ਕਹਿਣਾ ਚਾਹੀਦਾ। ਇਹ ਬਿਮਾਰੀ ਨਹੀਂ ਹੈ। ਡਿਪਰੈਸ਼ਨ ਕੀ ਹੁੰਦਾ ਹੈ ਕਿ ਤੁਹਾਡੇ ਆਲੇ ਦੁਆਲੇ ਜੋ ਵਾਪਰ ਰਿਹਾ, ਚਾਹੇ ਉਹ ਤੁਹਾਡੀ ਸਰੀਰਕ ਸਿਹਤ ਨਾਲ ਵਾਪਰ ਰਿਹਾ, ਚਾਹੇ ਤੁਹਾਡੇ ਸਮਾਜ 'ਚ ਵਾਪਰ ਰਿਹਾ, ਚਾਹੇ ਜੋ ਤੁਹਾਡੇ ਪਰਿਵਾਰਾਂ 'ਚ ਵਾਪਰ ਰਿਹਾ, ਜੋ ਤੁਹਾਡੀ ਆਰਥਿਕਤਾ 'ਚ ਵਾਪਰ ਰਿਹਾ, ਜੋ ਤੁਹਾਡੇ ਵਾਤਾਵਰਨ ਦੇ ਅੰਦਰ ਹੈ, ਇਹ ਸਾਰੇ ਕੁਝ ਦਾ ਕਲੈਕਸ਼ਨ ਜਿਹੜਾ ਹੈ ਉਹ ਤੁਹਾਡੇ ਮਨ 'ਚ ਰਿਫਲੈਕਟ ਕਰਦਾ। ਕਿਉਂਕਿ ਮਨੁੱਖ ਜਿਹੜਾ ਹੈ ਉਹਦੀ ਦੋ ਦੁਨੀਆ ਹੁੰਦੀਆਂ ਨੇ। ਇੱਕ ਹੁੰਦੀ ਬਾਹਰ ਦੀ ਦੁਨੀਆ, ਪਦਾਰਥ ਦੀ ਦੁਨੀਆ ਜਿਸ 'ਚ ਅਸੀਂ ਜਿਉਂਦੇ ਹਾਂ। ਇੱਕ ਹੁੰਦੀ ਅੰਦਰ ਵਿਚਾਰਾਂ ਦੀ ਦੁਨੀਆ, ਜਿਹਨੂੰ ਆਪਾਂ ਸਾਡੇ ਸ਼ਾਸਤਰਾਂ 'ਚ ਗੁਰੂਆਂ ਨੇ ਕਿਹਾ ਅੰਤਰਮੁਖੀ ਹੋਣਾ। ਕਿ ਅੰਦਰ ਜਿਹੜੇ ਸਾਡੇ ਵਿਚਾਰਾਂ ਦੀ ਦੁਨੀਆ ਹੁੰਦੀ ਹੈ, ਜਿਹੜੀ ਵਿਚਾਰਾਂ ਦੀ ਦੁਨੀਆ ਹੈ ਉਹ ਬਾਹਰਲੀ ਦੁਨੀਆ ਨੂੰ ਸਿਰਜਦੀ ਹੈ ਅਤੇ ਬਾਹਰਲੀ ਦੁਨੀਆ ਵਿਚਾਰਾਂ ਨੂੰ ਸਿਰਜਦੀ ਹੈ। ਇਹਨਾਂ 'ਚ ਆਪਸ 'ਚ ਲੈਣ ਦੇਣ ਦਾ ਰਿਸ਼ਤਾ ਹੁੰਦਾ। ਅਤੇ ਜਦੋਂ ਵਿਚਾਰ ਡਿਪਰੈਸ਼ਨ ਦੇ ਨੇ, ਜਿਹੜੇ ਮੈਂ ਤੁਸੀਂ ਬਿਲਕੁਲ ਸਹੀ ਕਿਹਾ ਕਿ ਪੰਜਾਬੀਆਂ ਦੀ ਕੌਮ ਜਿਹਦੇ 'ਚ ਸਾਨੂੰ ਸਿਖਾਈ ਚੜ੍ਹਦੀ ਕਲਾ ਗਿਆ। ਹੁਣ ਚੜ੍ਹਦੀ ਕਲਾ 'ਚ ਰਹਿਣ ਵਾਲੀ ਕੌਮ ਅਤੇ ਰੋਜ਼ ਚੜ੍ਹਦੀ ਕਲਾ ਦੀ ਅਰਦਾਸ ਕਰਨ ਵਾਲੀ ਕੌਮ, ਜੇ ਰੋਜ਼ ਅਸੀਂ ਅਰਦਾਸ ਕਰਦੇ ਹਾਂ ਦਿਨ 'ਚ ਕਈ ਵਾਰੀ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ, ਦੋ ਚੀਜ਼ਾਂ ਦੀ ਅਰਦਾਸ ਕਰਦੇ ਹਾਂ, ਚੜ੍ਹਦੀ ਕਲਾ ਅਤੇ ਸਰਬੱਤ ਦਾ ਭਲਾ। ਇਹ ਦੋਨੋਂ ਹੀ ਕਿਤੇ ਮੈਨੂੰ ਜੇ ਗੁਆਚੇ ਲੱਗਦੇ ਹੈ ਤਾਂ ਉਹਦਾ ਕਾਰਨ ਕੋਈ ਕਿਸੇ ਵਿਅਕਤੀ ਦੀ ਜਾਂ ਕਿਸੇ ਲੋਕਾਂ ਦਾ ਕੋਈ ਦੋਸ਼ ਨਹੀਂ ਹੈ। ਜੋ ਸਾਡੇ ਆਲੇ ਦੁਆਲੇ ਸਿਰਜਿਆ ਗਿਆ ਪਿਛਲੇ ਆਪਾਂ ਕਹਿ ਲਈਏ 70-75 ਸਾਲ ਜਦ ਤੋਂ ਆਜ਼ਾਦ ਹੋਏ ਅਸੀਂ, ਸਾਨੂੰ ਪਹਿਲਾਂ ਪਾਰਟੀਸ਼ਨ ਦਾ ਜਿਹੜਾ ਇੱਕ ਤਰਾਸਦੀ ਸੀ, ਬਹੁਤ ਵੱਡੀ ਸ਼ੌਕ ਸੀ ਜਿਹੜੇ ਪੰਜਾਬੀਆਂ ਨੇ ਹੰਢਾਈ। ਲੇਕਿਨ ਉਦੋਂ ਤੋਂ ਵੀ ਪੰਜਾਬੀ ਨਿਕਲ ਗਏ ਸੀ ਅਤੇ ਨਿਕਲ ਰਹੇ ਸੀਗੇ। ਅਤੇ ਬਾਅਦ 'ਚ ਸਾਨੂੰ ਇੱਕ ਹੋਰ ਅਜੀਬ ਕਿਸਮ ਦੇ ਵਰਤਾਰੇ ਨੇ ਘੇਰ ਲਿਆ ਸੀ। 20 ਸਾਲ 25-30 ਸਾਲ ਅਸੀਂ ਠੀਕ ਕੱਟੇ 47 ਤੋਂ ਬਾਅਦ। ਤਾਂ ਉਸ ਤੋਂ ਬਾਅਦ ਜਦੋਂ 80ਵੇਂ ਆਉਂਦੇ ਜਿਹੜਾ ਸੀ ਕਿ ਨਵੀਂ ਕਿਸਮ ਦਾ ਵਰਤਾਰਾ ਸ਼ੁਰੂ ਹੋ ਗਿਆ ਕਿ ਪੰਜਾਬ ਦਾ ਸਾਰਾ ਕੁਝ ਜਿਹੜਾ ਡਿਕਲਾਈਨ 'ਤੇ ਜਾਣਾ ਸ਼ੁਰੂ ਹੋ ਗਿਆ। ਪਾਰਟੀਸ਼ਨ ਦਾ ਸਾਰਾ ਕੁਝ ਅਸੀਂ ਭੁੱਲ ਭੁਲਾ ਕੇ ਆਪਣੇ ਆਪ ਨੂੰ ਰੀਬਿਲਡ ਕਰ ਲਿਆ ਸੀਗਾ। ਲੇਕਿਨ ਜਿਹੜਾ ਦੂਜੀ ਮਾਰ ਪਈ ਹੁਣੇ ਨਵੀਂ ਕਿਸਮ ਦੀ, ਇਹਦੇ ਅੰਦਰ ਕੈਮੀਕਲਾਂ ਦਾ ਵਰਤਾਰਾ ਆਇਆ, ਕੈਮੀਕਲ ਫਾਰਮਿੰਗ ਆਈ, ਨਵੀਂ ਕਿਸਮ ਦਾ ਜਿਹੜਾ ਸਾਰਾ ਜਿਹੜਾ ਨਵੀਂ ਕਿਸਮ ਦਾ ਜੀਵਨ ਜਾਂਚ ਆਈ, ਜਿਹਦੇ 'ਚ ਕਿ ਮਾਰਾਮਾਰੀ ਸੀ, ਜਿਹਦੇ 'ਚ ਕਿ ਸਰਬੱਤ ਦਾ ਭਲਾ ਨਹੀਂ ਸੀਗਾ, ਉਹਦੇ 'ਚ ਲੁੱਟ ਖੋਹ ਸੀ। ਤਾਂ ਸਾਰੇ ਦਾ ਸਾਰਾ ਵਰਤਾਰਾ ਕਿਤੇ ਨਾ ਕਿਤੇ ਉਹ ਸਾਰੀ ਸਾਡੇ ਜੀਵਨ 'ਚ ਆ ਗਿਆ, ਉਹ ਪਰਿਵਾਰਾਂ 'ਚ ਆ ਗਿਆ, ਸਮਾਜ 'ਚ ਆ ਗਿਆ, ਸਾਡੇ ਅੰਦਰ ਗਿਆ। ਹੁਣ ਕੀ ਹੁੰਦਾ ਹੈ, ਹੁਣ ਆਪਾਂ ਜਿਹੜੀ ਗੱਲ ਕਰ ਰਹੇ ਸੀ ਕਿ ਡਿਪਰੈਸ਼ਨ ਬਿਮਾਰੀ ਨਹੀਂ ਹੈ। ਡਿਪਰੈਸ਼ਨ ਸਾਡੇ ਅੰਦਰ ਕੁਦਰਤ ਪੈਦਾ ਕਰਦੀ ਹੈ, ਸਾਨੂੰ ਇੱਕ ਮੈਸੇਜ ਦਿੰਦੀ ਹੈ ਕਿ ਬੱਚੇ ਕੁਝ ਗਲਤ ਹੋ ਰਿਹਾ, ਇਹਨੂੰ ਠੀਕ ਕਰੋ। ਵੀ ਜਿਹਦੇ ਨੂੰ ਤੋਂ ਭੱਜਿਆ ਜਾ ਰਿਹਾ ਹੈ ਉਹ ਰਸਤਾ ਠੀਕ ਨਹੀਂ ਹੈ। ਔਰ ਤੁਸੀਂ ਸੋਚ ਕੇ ਦੇਖੋਗੇ ਜਿੱਧਰ ਨੂੰ ਅਸੀਂ ਜਾ ਰਹੇ ਹਾਂ, ਜੋ ਅਸੀਂ ਐਕਸਪਾਇਰ ਕਰ ਰਹੇ ਹਾਂ, ਜੋ ਸਾਡੀਆਂ ਐਂਬੀਸ਼ਨਸ ਨੇ ਉਹ ਠੀਕ ਨਹੀਂ ਹਨ, ਸਾਨੂੰ ਤਬਾਹੀ ਵੱਲ ਲੈ ਕੇ ਜਾ ਰਹੀਆਂ। ਅਸੀਂ ਦੇਖ ਲਿਆ, ਅਸੀਂ ਹੁਣ ਇਹੋ ਜਿਹੇ ਐਸੇ ਕਗਾਰ 'ਤੇ ਖੜਾ ਪੰਜਾਬ ਕਿ ਜਿਵੇਂ ਡੁੱਬ ਰਿਹਾ ਹੁੰਦਾ, ਗਰਦਨ ਤੱਕ ਸਾਡੇ ਪਾਣੀ ਆ ਗਿਆ ਹੋਇਆ ਅਤੇ ਅਸੀਂ ਹੁਣ ਲਾਸਟ ਮੂਮੈਂਟ 'ਤੇ ਡੁੱਬਣ ਦੇ ਕਿਨਾਰੇ ਹਾਂ। ਉਹ ਸਾਰਾ ਕੁਛ ਆਫਟਰ ਆਲ ਸਾਡੇ ਵਿਚਾਰਾਂ ਵੀ ਤਾਂ ਆ ਰਿਹਾ ਨਾ। ਅਤੇ ਕੁਦਰਤ ਸਾਨੂੰ ਸੁਨੇਹਾ ਦੇ ਰਹੀ ਹੈ, ਬੱਚੇ ਬਚੋ, ਵੀ ਡੁੱਬੋ ਨਾ, ਡੁੱਬਣ ਦੇ ਰਾਹ ਕਿਉਂ ਪਏ ਹੋ, ਗਲਤ ਚੱਲ ਰਹੇ ਹੋ, ਨਾ ਕਰੋ, ਇੱਦਾਂ ਨਿਕਲੋ ਉਹਦੇ 'ਚੋਂ। ਉਹ ਜਿਹੜਾ ਸੁਨੇਹਾ ਜਿਹੜਾ ਤਾਂ ਬੰਦਾ ਨੂੰ ਕੈਚ ਕਰ ਜਾਏਗਾ ਵੀ ਕੁਦਰਤ ਦਾ ਸੁਨੇਹਾ, ਅਤੇ ਆਪਾਂ ਹੁਣ ਇਹ 'ਚੋਂ ਕੋਈ ਨਵਾਂ ਰਸਤਾ ਕੱਢੀਏ। ਹੁਣ ਨਵਾਂ ਰਸਤਾ ਕਿਹਨੇ ਕੱਢਣਾ ਹੁੰਦਾ? ਕਿ ਸਮਾਜਿਕ ਜਥੇਬੰਦੀਆਂ ਨੇ ਕੱਢਣਾ ਹੁੰਦਾ, ਧਾਰਮਿਕ ਜਥੇਬੰਦੀਆਂ ਨੇ ਕੱਢਣਾ ਹੁੰਦਾ, ਪੋਲੀਟੀਕਲ ਪਾਰਟੀਆਂ ਸਭ ਤੋਂ ਜ਼ਿਆਦਾ ਕੱਢਦੀਆਂ ਨੇ। ਪੋਲੀਟੀਕਲ ਪਾਰਟੀਆਂ ਦਾ ਫਰਜ਼ ਹੁੰਦਾ ਕਿ ਉਹ ਲੋਕਾਂ ਨੂੰ ਲੀਡ ਦੇਣ। ਉਹਨਾਂ ਨੇ ਕੁਝ ਵੀ ਨਹੀਂ ਕੀਤਾ ਨਾ। ਦੇਖੋ ਤੁਹਾਡੇ ਸਾਹਮਣੇ ਧਾਰਮਿਕ ਜਥੇਬੰਦੀਆਂ ਦਾ ਕੀ ਰੋਲ ਹੈ, ਸਮਾਜਿਕ ਜਥੇਬੰਦੀਆਂ ਵੀ ਉਹ ਬਹੁਤ ਇਫੈਕਟਿਵ ਰੋਲ ਨਹੀਂ ਪਲੇ ਕਰ ਸਕਦੇ। ਮੈਂ ਨਹੀਂ ਕਹਿ ਰਿਹਾ ਕਿ ਸਾਰੇ ਬਿਲਕੁਲ ਨਹੀਂ ਕਰ ਰਹੇ, ਲੇਕਿਨ ਜਿੰਨਾ ਲੋੜ ਸੀਗੀ ਉਹ ਜਿਹੜੇ ਨਾਲ ਕਿ ਇੱਕ ਤਬਦੀਲੀ ਹੋ ਸਕਦੀ ਸੀ ਉਹ ਨਹੀਂ ਹੋਇਆ। ਕੋਸ਼ਿਸ਼ ਚੱਲ ਰਹੀ ਹੈ, ਬਹੁਤ ਛੋਟੀ ਜਥੇਬੰਦੀਆਂ ਵੀ ਕਰ ਰਹੀਆਂ ਨੇ, ਵੱਡੇ ਵੀ ਕਰ ਰਹੇ ਆ, ਵਿਅਕਤੀ ਵੀ ਬਹੁਤ ਅੱਛੇ ਹੈਗੇ ਆ, ਸਭ ਕੁਝ ਹੈਗਾ। ਲੇਕਿਨ ਜਿਹਨੂੰ ਕਹਿੰਦੇ ਆ ਇੱਕ ਕ੍ਰਿਟੀਕਲ ਮੂਮੈਂਟ ਨਹੀਂ, ਜਿਹਨੂੰ ਕਹਿੰਦਾ ਟੇਕ ਆਫ ਸਟੇਜ ਹੋਵੇ
ਕਿ ਜਹਾਜ਼ ਜਿਹੜਾ ਉਹ ਪਹਿਲਾਂ ਰਨਵੇ 'ਤੇ ਤੁਰਦਾ ਹੈ, ਫਿਰ ਉਹ ਟੇਕ ਆਫ ਕਰਦਾ ਅਤੇ ਨਵੇਂ ਥਾਂ 'ਤੇ ਪਹੁੰਚਦਾ। ਫਿਰ ਪੰਜਾਬ ਨੂੰ ਇਸ ਵੇਲੇ ਨਵਾਂ ਜੀਵਨ ਚਾਹੀਦਾ, ਨਵਾਂ ਵੇ ਆਫ ਲਾਈਫ ਚਾਹੀਦਾ, ਨਵਾਂ ਖੇਤੀ ਦਾ ਮਾਡਲ ਚਾਹੀਦਾ, ਨਵਾਂ ਵਿਕਾਸ ਦਾ ਮਾਡਲ ਚਾਹੀਦਾ, ਨਵਾਂ ਜੀਵਨ ਜਾਂਚ ਚਾਹੀਦੀ ਹੈ। ਉਹ ਅਜੇ ਨੇੜੇ ਤੇੜੇ ਦਿਖ ਨਹੀਂ ਰਹੀ। ਉਹਦੇ ਕਰਕੇ ਸਾਡੇ ਪਰਿਵਾਰਾਂ ਦੇ ਅੰਦਰ ਬਹੁਤ ਸੰਕਟ ਹੈ। ਪਰ ਇਹ ਚੀਜ਼ ਡਾਕਟਰ ਸਾਹਿਬ ਜਦੋਂ ਪਹਿਲਾਂ ਤੁਹਾਡੀ ਉਮਰ ਦੇ ਵਿੱਚ ਜਾਂ ਤੁਸੀਂ ਸਾਡੀ ਉਮਰ ਦੇ ਸੀਗੇ, ਉਹ ਟਾਈਮ ਦੇ ਵਿੱਚ ਕਦੇ ਸੁਣਦੇ ਨਹੀਂ ਸੀ ਹੁੰਦੇ ਸੀ, ਕਿਉਂਕਿ ਸਾਡੇ ਜਦ ਅਸੀਂ ਦਾਦੇ ਉਹਨਾਂ ਕੋਲ ਬੈਠੇ ਹੁੰਦੇ ਹਾਂ, ਨਾਨਾ ਨਾਨੀ ਕੋਲ ਬੈਠਦੇ ਹਾਂ, ਉਹਨਾਂ ਨਾਲ ਜਦ ਇਹ ਗੱਲ ਕਰਦੇ ਹਾਂ ਕਿ ਕੀ ਤੁਹਾਡੇ ਟਾਈਮ ਵੀ ਡਿਪਰੈਸ਼ਨ ਲੋਕ ਇਸ ਤਰੀਕੇ ਨਾਲ ਲੈਂਦੇ ਸੀ ਕਿ ਮੜੀ ਬੜੀ ਗੱਲ ਨੂੰ ਬਹੁਤ ਵੱਡੇ ਰਾਈ ਦਾ ਪਹਾੜ ਬਣਾ ਕੇ ਸੋਚਣ ਲੱਗ ਜਾਣਾ, ਆਪਣੇ ਆਪ ਨਾਲ ਹੀ ਗੱਲਾਂ ਕਰਨੀਆਂ, ਕਿਸੇ ਨਾਲ ਗੱਲ ਸ਼ੇਅਰ ਨਹੀਂ ਕਰਨੀ। ਪਰ ਇਹ ਹੁਣੀ ਕਿਉਂ ਵਧਣ ਲੱਗੀਆਂ? ਕਿਉਂਕਿ ਲੋਕ ਤਾਂ ਉਦੋਂ ਵੀ ਖਾਂਦੇ ਪੀਂਦੇ ਸੀਗੇ, ਉਦੋਂ ਵੀ ਟੈਨਸ਼ਨਾਂ ਹੁੰਦੀਆਂ ਹੋਣਗੀਆਂ, ਜ਼ਰੂਰ ਹੁੰਦੀਆਂ ਹੋਣਗੀਆਂ, ਪਰ ਅੱਜ ਕੱਲ੍ਹ ਇਹ ਚੀਜ਼ ਇੰਨੀ ਕਿਉਂ ਵਧੀ? ਹਾਂ, ਉਹਦੇ 'ਚ ਬਹੁਤ ਵਧੀਆ ਤੁਹਾਡਾ ਸਵਾਲ ਹੈ। ਉਦੋਂ ਜਿਹੜੀ ਸੀ ਸਮਾਜ ਸੀਗਾ ਜਿਹੜਾ ਵੈਲ ਨਿਟ ਸੀਗਾ, ਸਮਾਜ ਦੇ ਅੰਦਰ ਵੀਨੈਸ ਸੀਗਾ। ਮੈਂ ਸੀ ਕਿ ਮੈਂ ਨਹੀਂ, ਮੇਰਾ ਪਰਿਵਾਰ ਪਹਿਲਾ ਸਹਾਰਾ ਤੁਹਾਨੂੰ ਸੀ ਤੁਹਾਡੇ ਪਰਿਵਾਰ ਦਾ, ਦੂਜਾ ਸਹਾਰਾ ਸੀ ਤੁਹਾਡੇ ਮਹੱਲੇ ਦਾ ਜਾਂ ਪਿੰਡ ਦਾ, ਫਿਰ ਅੱਗੇ ਸਾਰੇ ਸੀਗੇ। ਅੱਜ ਕੀ ਹੋਇਆ ਕਿ ਅਸੀਂ ਟੁੱਟਦੇ ਈਵਨ ਪਰਿਵਾਰਾਂ ਦੇ ਵਿੱਚ ਵੀ ਜੋ ਜੀਵਨ ਜਾਂਚ ਸਾਨੂੰ ਸਿਖਾਈ ਗਈ, ਉਹ ਪਰਿਵਾਰਾਂ ਦੇ ਵਿੱਚ ਵੀ ਉਹਨਾਂ ਤੇੜਾਂ ਪਾਤੀਆਂ। ਜਿਹੜੇ ਕਲੋਜ਼ੈਸਟ ਨੇੜੇ ਤੋਂ ਨੇੜੇ ਦੇ ਰਿਸ਼ਤੇ ਨੇ ਉਹਦੇ ਵਿੱਚ ਵੀ ਤੇੜਾਂ ਪੈ ਗਈਆਂ। ਉਹ ਜਿਹੜੀ ਅਸੁਰੱਖਿਆ ਦੀ ਭਾਵਨਾ, ਜਿਹੜੀ ਬੰਦੇ ਨੂੰ ਲੱਗਦਾ ਮੈਂ ਹੁਣ ਕੀ ਕਰਾਂ, ਵੀ ਮੈਂ ਤਾਂ ਬਿਲਕੁਲ ਜਿਹੜਾ ਬੇਆਸ ਹੋ ਗਿਆ। ਦੂਜੇ ਪਾਸੇ ਅੰਬੀਸ਼ਨਸ ਬਹੁਤ ਜ਼ਿਆਦਾ ਬਣਾਤੀਆਂ। ਮਤਲਬ ਅਸੀਂ ਇੰਨੇ ਜ਼ਿਆਦਾ ਅੱਜ ਅਸੀਂ ਨਿੱਕੇ ਜਿਹੇ ਬੱਚੇ ਨੂੰ ਪੜ੍ਹਾ ਕੇ ਵੀ ਤੂੰ ਤਾਂ ਭਾਈ ਤਾਰੇ ਤੋੜ ਲਿਆਉਣੇ ਆ ਅਸਮਾਨ ਤੋਂ, ਉਹਨੂੰ ਇੰਨਾ ਅੰਬੀਸ਼ੀਅਸ ਕਰਤਾ ਅਸੀਂ, ਅਤੇ ਜਿਹੜੀ ਅਸਲ 'ਚ ਲਾਈਫ ਹੈ ਕਿਤੇ ਹੋਰ ਹੀ ਖੜੀ ਆ। ਜਿਹੜੀਆਂ ਉਹਦੀ ਅੰਬੀਸ਼ਨਸ ਸਮਾਨੇ ਚੜ੍ਹੀਆਂ ਹੋਈਆਂ ਨੇ, ਆਪ ਉਹ ਧਰਤੀ ਤੋਂ ਥੱਲੇ ਗਰਕਿਆ ਪਿਆ। ਉਹਦੇ ਜਿਹੜਾ ਜੋ ਜੀਵਨ ਹੈ, ਜੋ ਖੇਤੀ ਦੇ ਵਿੱਚ ਹੈ, ਜੋ ਸਮਾਜ 'ਚ ਹੈ, ਜੋ ਇੰਪਲੋਇਮੈਂਟ ਦੀ ਸਥਿਤੀ ਹੈ, ਜੋ ਪੜ੍ਹਾਈ ਦੀ ਸਥਿਤੀ ਹੈ, ਜੋ ਹੈਲਥ ਦੀ ਸਥਿਤੀ ਹੈ, ਸਭ ਪਾਸੇ ਥੱਲੇ ਜ਼ਮੀਨ ਤੋਂ ਵੀ ਥੱਲੇ ਗਰਕੇ ਪਏ ਆ। ਅਤੇ ਆਸ਼ਾਂ ਸਾਡੀਆਂ ਇਹ ਨੇ ਵੀ ਅਸੀਂ ਸਿਤਾਰੇ ਤੋੜਨੇ, ਉਹਨਾਂ 'ਚ ਗੈਪ ਹੈ ਬਹੁਤ ਜ਼ਿਆਦਾ। ਅਤੇ ਜਦੋਂ ਗੈਪ ਉਹ ਲਿਖਦਾ ਤਾਂ ਉਹ ਬਦਲ ਜਾਂਦਾ ਬੰਦਾ। ਅੱਛਾ, ਇੱਕ ਅੱਜ ਕੱਲ੍ਹ ਦੀ ਪੀੜ੍ਹੀ ਦੇ ਵਿੱਚ ਜੇ ਮੈਂ ਆਪਣੀ ਗੱਲ ਕਰਾਂ ਤਾਂ ਕਿਤੇ ਨਾ ਕਿਤੇ ਪੇਸ਼ੈਂਸ ਲੈਵਲ ਬਹੁਤ ਘੱਟ ਗਿਆ। ਆਪਾਂ ਕਿਸੇ ਦੀ ਗੱਲ ਨੂੰ ਬਹੁਤ ਔਖਾ ਜਿਹੜਾ ਹਜ਼ਮ ਕਰਦੇ ਹਾਂ। ਪਹਿਲਾਂ ਹਾਜ਼ਮੇ ਬਹੁਤ ਚੰਗੇ ਹੁੰਦੇ, ਚਾਹੇ ਸਰੀਰਕ ਤੌਰ 'ਤੇ ਦੇਖੀਏ ਜਾਂ ਵੈਸੇ ਗੱਲ ਨੂੰ ਪਹੁੰਚਾਉਣ ਦੀ ਗੱਲ ਹੋਵੇ, ਪਹਿਲਾਂ ਹਾਜ਼ਮੇ ਬਹੁਤ ਚੰਗੇ ਹੁੰਦੇ ਸੀ। ਕਿਤੇ ਨਾ ਕਿਤੇ ਇਹ ਵੀ ਰੋਲ ਹੈ ਵੀ ਡਿਪਰੈਸ਼ਨ ਵਧਾ ਰਿਹਾ। ਨਹੀਂ, ਬਿਲਕੁਲ ਸਹੀ ਗੱਲ ਹੈ ਤੁਹਾਡੀ। ਹਾਜ਼ਮੇ ਇਸ ਕਰਕੇ ਚੰਗੇ ਹੁੰਦੇ ਸੀਗੇ ਕਿ ਉਹ ਜਿਹੜੀ ਵੀ ਮੈਂ ਗੱਲ ਕੀਤੀ ਨਾ, ਅਸੀਂ ਕਿੱਥੇ ਜਿਉਂਦੇ ਹਾਂ, ਆਈਨੈਸ 'ਤੇ ਜਿਉਂਦੇ ਹਾਂ ਕਿ ਵੀਨੈਸ 'ਤੇ ਜਿਉਂਦੇ ਹਾਂ, ਬਹੁਤ ਵੱਡਾ ਫਰਕ ਪੈ ਜਾਂਦਾ। ਜੇ ਮੈਂ ਆਈਨੈਸ 'ਤੇ ਕੇਂਦਰਿਤ ਤਾਂ ਮੈਨੂੰ ਸਾਰਾ ਕੁਛ ਹੀ ਹੋਏਗਾ, ਘਬਰਾਹਟ ਵੀ ਹੋਏਗੀ, ਗੁੱਸਾ ਵੀ ਆਏਗਾ। ਜੇ ਮੈਂ ਵੀਨੈਸ 'ਤੇ ਕੇਂਦਰਿਤ ਤਾਂ ਫਿਰ ਮੈਂ ਸਾਰਿਆਂ ਬਾਰੇ ਸੋਚੂੰਗਾ, ਸਾਰਿਆਂ ਬਾਰੇ। ਹੁਣ ਜਿਹੜਾ ਗੁਰੂ ਸਾਹਿਬ ਨੇ ਸਰਬੱਤ ਦਾ ਭਲਾ ਕਿਹਾ, ਉਹ ਸਰਬੱਤ 'ਚ ਕੀ ਸ਼ਾਮਿਲ ਹੈ? ਸਰਬੱਤ 'ਚ ਜੀਵ ਜੰਤੂ ਵੀ ਸ਼ਾਮਿਲ ਨੇ, ਸਾਰੀ ਕੁਦਰਤ ਕਾਇਨਾਤ ਸ਼ਾਮਿਲ ਹੈ, ਇਕੱਲੀ ਇਸ ਧਰਤੀ ਦੇ ਜੀਵ ਨਹੀਂ। ਸਾਡਾ ਧਰਮ ਤਾਂ ਕਹਿੰਦਾ ਹੋਰ ਧਰਤੀਆਂ 'ਤੇ ਵੀ ਜਿਹੜੇ ਜੀਵ ਵਸਦੇ ਹੋਣ ਉਹ ਵੀ ਖੁਸ਼ ਰਹਿਣ, ਸੁਖੀ ਰਹਿਣ। ਇੱਥੋਂ ਤੱਕ ਦਾ ਸਰਬੱਤ ਦਾ, ਤਾਂ ਉਹ ਜਿਹੜੇ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਅੱਜ ਆਈਨੈਸ 'ਤੇ ਆ ਗਈ ਹੈ। ਹਰ ਬੰਦਾ ਮੈਂ ਤਾਂ ਸੋਚਦਾ ਵੀ ਮੈਨੂੰ ਕਿਉਂ ਨਹੀਂ ਮਿਲਿਆ। ਨਿੱਕਾ ਜਿਹਾ ਬੱਚਾ ਹੈ, ਉਹਨੂੰ ਵੀ ਅਸੀਂ ਇਹੋ ਜਿਹਾ ਪਾਠ ਪੜ੍ਹਾਤਾ ਵੀ ਉਹ ਵੀ ਹੁਣ ਬੱਚੇ ਵੀ ਗੁੱਸਾ ਕਰਨ ਲੱਗੇ ਅਤੇ ਬੱਚੇ ਵੀ ਡਿਪਰੈਸ਼ਨ ਦਾ ਸ਼ਿਕਾਰ ਹੋਣ ਲੱਗੇ ਅਤੇ ਬੱਚਿਆਂ ਨੂੰ BP ਹੋਣ ਲੱਗ ਗਿਆ। ਮੈਂ ਕੱਲ੍ਹ ਇੱਕ ਵੀਡੀਓ ਦੇਖ ਰਿਹਾ ਸੀਗਾ, ਲਖਨਊ 'ਚ ਬੜਾ ਵੱਡਾ ਸਰਵੇ ਹੋਇਆ ਕਿ 5% ਬੱਚਿਆਂ ਨੂੰ, ਜਿਹੜੇ ਬੱਚੇ 12 ਸਾਲ ਤੋਂ 20 ਸਾਲ ਦੇ, ਜਿਹਨਾਂ 'ਚ ਬਲੱਡ ਪ੍ਰੈਸ਼ਰ ਨਾਂ ਦੀ ਚੀਜ਼ ਹੁੰਦੀ ਹੋਈ ਨਹੀਂ ਸੀਗੀ, 5% ਆਈ ਉਹਨਾਂ 'ਚ, ਇੰਨੀ ਹਾਈ ਆਈ BP ਦੀ ਰੇਂਜ ਕਿ BP ਹਾਈ ਹੈ ਉਹਨਾਂ ਦਾ। ਉਹ ਇਸੇ ਕਰਕੇ ਹੈ ਕਿਉਂਕਿ ਉਹਨਾਂ ਦੇ ਅੰਦਰ ਜਿਹੜੀ ਹੈ ਉਹ ਜਿਹੜਾ ਮਾਦਾ ਹੈ, ਉਹ ਘਬਰਾਹਟ ਹੈ, ਉਹ ਇਕੱਲਾਪਨ ਹੈ, ਉਹ ਅਸੁਰੱਖਿਆ ਹੈ, ਉਹ ਇੰਨੀ ਜ਼ਿਆਦਾ ਵੱਧ ਗਈ ਹੈ ਕਿ ਉਹਦੀ ਕੋਈ ਨਾ ਕੋਈ ਮੈਨੀਫੈਸਟੇਸ਼ਨ ਆਏਗੀ। ਉਹ ਡਿਪਰੈਸ਼ਨ ਚਾਹੇ ਉਹ ਚਿੰਤਾ ਰੋਗ ਚਾਹੇ ਹੋਰ ਉਹਦੇ ਬਾਈਪੋਲਰ ਨਵੇਂ ਨਾਂ ਰੱਖਦੇ ਆ। ਕੋਈ ਉਹਨੂੰ ਕੁਛ ਕਹਿੰਦਾ, ਕੋਈ ਸ਼ਿਜ਼ੋਫਰੇਨੀਆ ਹੋ ਗਿਆ, ਕੋਈ ਬਾਈਪੋਲਰ ਹੋ ਗਿਆ, ਕੋਈ ਭਾਂਤ ਦੀਆਂ ਬਿਮਾਰੀਆਂ, ਉਹ ਅਲਾਮਤਾਂ ਜਿਹੋ ਜਿਹੀਆਂ ਉਹਦੀਆਂ ਜਿਹੇ ਨਾਂ ਰੱਖ ਲੈਂਦੇ ਅਸੀਂ। ਤਾਂ ਨਾਂ ਦਾ ਕੋਈ ਮਤਲਬ ਨਹੀਂ ਖਾਸ। ਮਤਲਬ ਇਹ ਹੈ ਕਿ ਦੇਖੋ, ਮੋਟੇ ਤੌਰ 'ਤੇ ਦੋ ਹੀ ਤਰ੍ਹਾਂ ਦੇ ਸਿੰਪਟਮ ਨੇ ਮਾਨਸਿਕ ਰੋਗਾਂ ਦੇ। ਇੱਕ ਤਾਂ ਡਿਪਰੈਸ਼ਨ ਹੈ। ਡਿਪਰੈਸ਼ਨ ਦਾ ਮਤਲਬ ਹੈ ਕਿ ਮੈਂ ਟੁੱਟਿਆ ਮਹਿਸੂਸ ਕਰ ਰਿਹਾ, ਬਾਕੀ ਨਾਲ ਗੱਲ ਨਹੀਂ ਕਰਨੀ ਚਾਹੁੰਦਾ, ਹਾਸਾ ਨਹੀਂ ਆਉਂਦਾ, ਮੈਂ ਇਕੱਲਾ ਰਹਿਣਾ ਚਾਹੁੰਦਾ, ਭੁੱਖ ਨਹੀਂ ਲੱਗਦੀ, ਪਿਆਸ ਨਹੀਂ ਲੱਗਦੀ। ਤਾਂ ਉਹ ਹੈ। ਦੂਜਾ ਹੈ ਕਿ ਚਿੰਤਾ, ਹਾਈਪਰ, ਉਹਨੂੰ ਘਬਰਾਹਟ ਹੋ ਰਹੀ ਹੈ, ਉਹਨੂੰ ਕਾਹਲੀ ਮੱਚ ਰਹੀ ਹੈ। ਦੋ ਹੀ ਲਾਮਤਾਂ ਨੇ ਮੁੱਖ ਤੌਰ 'ਤੇ। ਦੋਨਾਂ ਅਲਾਮਤਾਂ ਸਾਂਝੀਆਂ ਨੇ, ਦੋਨੋਂ ਹੀ ਹੁੰਦੀਆਂ ਨੇ ਬਹੁਤੀ ਵਾਰੀ। ਕਦੇ ਕਿਸੇ ਟਾਈਮ 'ਤੇ ਚਿੰਤਾ ਭਾਰੂ ਹੁੰਦੀ ਅਤੇ ਕਿਸੇ ਟਾਈਮ 'ਤੇ ਡਿਪਰੈਸ਼ਨ ਭਾਰੂ ਹੁੰਦਾ। ਡਿਪਰੈਸ਼ਨ ਥੋੜ੍ਹਾ ਖਤਰਨਾਕ ਇਸ ਕਰਕੇ ਕਿ ਡਿਪਰੈਸ਼ਨ ਦੇ ਵਿੱਚ ਬੰਦਾ ਜਿਹੜਾ ਆਤਮ ਹੱਤਿਆ ਕਰ ਜਾਂਦਾ ਜਾਂ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕਰਦਾ, ਉਹ ਇਸ ਕਰਕੇ ਉਹ ਜ਼ਿਆਦਾ ਖਤਰਨਾਕ। ਤੁਹਾਡੇ ਸਾਹਮਣੇ ਹੈਗਾ, ਜਿਹੜੇ ਆਤਮ ਹੱਤਿਆ ਕਰਦੇ ਆ ਬੰਦੇ, ਅਲਟੀਮੇਟਲੀ ਉਹ ਡਿਪਰੈਸ਼ਨ ਦੀ ਸਟੇਜ 'ਚੋਂ ਲੰਘ ਕੇ ਕਰਦੇ ਆ, ਜਿੱਥੇ ਹਾਲਾਂਕਿ ਗੱਲ ਕੁਛ ਵੀ ਨਹੀਂ ਹੁੰਦੀ। ਜਿਹੜਾ ਕਿਸਾਨ ਹੈ, ਮੰਨ ਲਓ ਉਹਦਾ ਕਰਜ਼ਾ ਤੇ ਕਰਕੇ, ਜੋ ਕਿਸਾਨ ਕਰ ਰਿਹਾ ਨਾ ਸੁਸਾਈਡ, ਜੇ ਕਰਜ਼ਾ ਨਹੀਂ ਮਿਲਾ ਸਕੂਗਾ ਤਾਂ ਕੀ ਉਹਦੇ ਸਿਰ 'ਤੇ ਪਹਾੜ ਗਿਰ ਜਾਏਗਾ। ਜੀਵਨ ਤੱਕ ਬੜਾ ਵੱਡਾ।
ਲੇਕਿਨ ਉਸ ਵੇਲੇ ਉਹ ਡਿਪਰੈਸ਼ਨ 'ਚ ਇੰਨਾ ਚਲਾ ਜਾਂਦਾ ਕਿ ਉਹਨੂੰ ਉਹ ਬਾਕੀ ਸਭ ਕੁਝ ਦਿਖਣੋਂ ਬੰਦ ਹੋ ਜਾਂਦਾ, ਸਿਰਫ ਉਹਨਾਂ ਕੀ ਸੋਚ ਉਹਨਾਂ ਕਿ ਉਹਦੇ ਉਨੇ ਕੁ ਦਾਇਰੇ 'ਚ ਰਹਿ ਜਾਂਦਾ ਅਤੇ ਫਿਰ ਉਹ ਸੁਸਾਈਡ ਕਰ ਜਾਂਦਾ। ਤੇ ਇਸ ਕਰਕੇ ਜਿਹੜਾ ਇਹ ਵਰਤਾਰਾ ਡਿਪਰੈਸ਼ਨ ਦਾ, ਇਹਦੇ ਜੇ ਆਪਾਂ ਇਹਨੂੰ ਇਹ ਲਈਏ ਕਿ ਕੁਦਰਤ ਦਾ ਮੈਸੇਜ ਹੈ ਕਿ ਗਲਤ ਜਾ ਰਹੇ ਹੋ, ਠੀਕ ਥਾਂ 'ਤੇ ਆਓ, ਰੁਕੋ ਅਤੇ ਸੋਚੋ। ਜੇ ਸਮਾਜ ਉਹਨੂੰ ਬਿਮਾਰੀ ਨਾ ਸਮਝ ਕੇ, ਦਵਾਈਆਂ ਨਾ ਖਾ ਕੇ, ਹੁਣ ਅਸੀਂ ਕਿ ਦਵਾਈਆਂ ਸ਼ੁਰੂ ਕਰ ਲੈਂਦੇ ਹਾਂ, ਹੁਣ ਮਾਡਰਨ ਮੈਡੀਕਲ ਸਿਸਟਮ ਨੂੰ ਦੇ ਦਵਾਈਆਂ 'ਤੇ ਦਵਾਈਆਂ ਦੇਈ ਜਾਂਦਾ। ਉਹ ਡਿਪਰੈਸ਼ਨ ਦੀ ਦਵਾਈਆਂ ਤੁਸੀਂ ਦੇਤੀਆਂ ਤਾਂ ਸਾਰੀਆਂ ਦਵਾਈਆਂ ਦਾ ਇੱਕੋ ਹੀ ਰੋਲ ਹੈ ਕਿ ਉਹ ਸਾਰੇ ਦੇ ਸਾਰੇ ਨਰਵਸ ਸਿਸਟਮ ਨੂੰ ਡਿਪਰੈਸ ਕਰ ਦਿੰਦੇ ਆ, ਸੋਚਣਾ ਹੀ ਬੰਦ। ਤਾਂ ਇਹਦਾ ਮਤਲਬ ਕੀ ਹੋ ਗਿਆ ਕਿ ਕੋਈ ਵਿਦਿਆਰਥੀ ਹੈ, ਕੋਈ ਸਾਇੰਟਿਸਟ ਹੈ, ਕੋਈ ਕਿਸਾਨ ਹੈ, ਉਹਨੇ ਕੰਮਕਾਰ ਕਰਨਾ, ਉਹ ਫਿਰ ਕੰਮਕਾਰ ਕਿਵੇਂ ਕਰੇਗਾ? ਜਿਹੜਾ ਸਮਾਜ ਡਿਪਰੈਸ਼ਨ ਦਾ ਸ਼ਿਕਾਰ ਹੈ ਉਹ ਹੋਰ ਨਿਗਾਰ 'ਚ ਜਾਏਗਾ, ਕਿਉਂਕਿ ਡਿਪਰੈਸ਼ਨ ਦੀਆਂ ਦਵਾਈਆਂ ਖਾਣ ਵਾਲਾ ਬੰਦਾ ਕਿਵੇਂ ਕੰਮ ਕਰੇਗਾ? ਅੱਛਾ, ਸਵਾਲ ਇਹੀ ਸੀ ਵਿੱਚ ਮੇਰਾ, ਤੁਸੀਂ ਆਪ ਹੀ ਜਵਾਬ ਦਿੱਤਾ, ਪਰ ਕੀ ਇਸ ਜੇ ਆਪਾਂ ਕਹੀਏ ਜਾਂ ਆਯੁਰਵੈਦ ਦੇ ਵਿੱਚ ਜਾਂ ਐਲੋਪੈਥੀ ਦੇ ਵਿੱਚ ਕੀ ਡਿਪਰੈਸ਼ਨ ਦਾ ਇਲਾਜ ਹੈ ਦਵਾਈਆਂ ਖਾ ਕੇ? ਕੀ ਇਸ ਚੀਜ਼ ਤੋਂ ਮੁਕਤ ਹੋਇਆ ਜਾ ਸਕਦਾ? ਦੇਖੋ, ਪਹਿਲੀ ਗੱਲ ਤਾਂ ਡਿਪਰੈਸ਼ਨ ਦਾ ਇਲਾਜ ਦਵਾਈਆਂ ਨਾਲ ਨਹੀਂ ਹੋਣਾ। ਡਿਪਰੈਸ਼ਨ ਦਾ ਇਲਾਜ ਇਸ ਸੱਚ ਨੂੰ ਪਛਾਣ ਕੇ ਹੋਣਾ ਹੈ ਕਿ ਡਿਪਰੈਸ਼ਨ ਜਿਹੜਾ ਹੈ ਉਹ ਆਈਨੈਸ ਤੋਂ ਵੀਨੈਸ 'ਚ ਜਾਣ ਦਾ ਸਫ਼ਰ ਹੈ। ਜੇ ਮੈਂ ਵੀਨੈਸ ਚਲਾ ਗਿਆ ਤਾਂ ਮੈਂ ਫਿਰ ਇਕੱਠਾ ਹੋ ਕੇ ਕੰਮ ਕਰੂੰਗਾ, ਮੈਂ ਸਿਰ ਜੋੜੂੰਗਾ ਅਤੇ ਸਮੱਸਿਆਵਾਂ ਹੱਲ ਕਰੂੰਗਾ, ਡਿਪਰੈਸ਼ਨ 'ਚ ਨਹੀਂ ਜਾਊਂਗਾ। ਅਤੇ ਜੇ ਮੈਂ ਆਈਨੈਸ 'ਚ ਤਾਂ ਫਿਰ ਡਿਪਰੈਸ਼ਨ 'ਚ ਜਾਊਂਗਾ। ਬਸ ਇੰਨਾ ਕਿ ਨਿੱਕਾ ਜਿਹਾ ਸਫ਼ਰ ਹੈ, ਇੱਕ ਸਟੈਪ ਲੈਣਾ ਕਿ ਮੈਂ ਆਪਣੇ ਅੰਦਰੋਂ ਜਿਹੜੇ ਅੰਦਰਲੇ ਖੋਲ 'ਚ ਆਪਣੇ ਆਪ ਨੂੰ ਕਰ ਲਿਆ ਬੰਦ, ਉਹ 'ਚੋਂ ਨਿਕਲ ਕੇ ਬਾਹਰ ਆਵਾਂ ਅਤੇ ਮੇਰੇ ਨਾਲ ਜਿਹੜਾ ਆਲਾ ਦੁਆਲਾ ਦੇ ਨਾਲ ਜੁੜਾਂ। ਜੇ ਤੁਸੀਂ ਇੰਨਾ ਕੁ ਸਟੈਪ ਕ੍ਰਾਸ ਕਰ ਲਿਆ ਤਾਂ ਡਿਪਰੈਸ਼ਨ 'ਚੋਂ ਬਾਹਰ ਆ ਜਾਓਗੇ। ਦਵਾਈਆਂ ਦੀ ਕੋਈ ਲੋੜ ਹੀ ਨਹੀਂ ਹੈ, ਨਾ ਕਿਸੇ ਆਯੁਰਵੈਦਿਕ ਦੀ ਅਤੇ ਨਾ ਕਿਸੇ ਐਲੋਪੈਥੀ ਦੀ ਅਤੇ ਨਾ ਕਿਸੇ ਦੀ। ਠੀਕ ਹੈ, ਉਹਨਾਂ ਚੀਜ਼ਾਂ ਦਾ ਮਾੜਾ ਮੋਟਾ ਰੋਲ ਹੈਗਾ ਹੈ। ਸ਼ੁਰੂ ਦੀਆਂ ਹੈਲਪ ਕਰਨ ਵਾਸਤੇ ਅਸੀਂ ਕਹਿੰਦੇ ਹਾਂ ਕਿ ਤੁਸੀਂ ਅੱਛੀ ਡਾਈਟ ਖਾਓ, ਅੱਛੀ ਡਾਈਟ ਨਾਲ ਕੁਛ ਐਕਸਰਸਾਈਜ਼ ਕਰੋ। ਕਹਿੰਦੇ ਐਕਸਰਸਾਈਜ਼ ਇਜ਼ ਦਾ ਬੈਸਟ ਐਂਟੀ ਡਿਪਰੈਸੈਂਟ। ਜਿਹੜਾ ਬੰਦਾ ਵਰਜਿਸ਼ ਕਰਦਾ, ਉਹ ਗੱਲ ਉੱਥੇ ਹੀ ਹੁੰਦੀ ਹੈ ਕਿ ਉਹ ਆਪਣੇ ਖੋਲ 'ਚੋਂ ਬਾਹਰ ਤਾਂ ਨਿਕਲਿਓ, ਚਾਹੇ ਉਹ ਵਰਜਿਸ਼ ਰਾਹੀਂ ਨਿਕਲੇ, ਚਾਹੇ ਉਹ ਆਪਣੇ ਬਾਰੇ ਅੱਛੀ ਡਾਈਟ ਖਾ ਕੇ ਤਾਂ ਵੀ ਤਾਂ ਨਿਕਲਿਆ, ਕੁਛ ਨਿਕਲਿਆ ਨਾ। ਉਹਨੇ ਸੋਚਿਆ ਵੀ ਮੈਂ ਡਾਈਟ ਅੱਛੀ ਖਾਣੀ ਹੈ, ਜਾਂ ਉਹ ਹੱਸੇ, ਜਾਂ ਉਹ ਗਾਵੇ, ਜਾਂ ਉਹ ਨੱਚੇ, ਜਾਂ ਉਹ ਸਮਾਜ 'ਚ ਸੋਸ਼ਲਾਈਜ਼ ਕਰੇ, ਦੋ ਲੋਕਾਂ ਨੂੰ ਮਿਲੇ ਗਿਲੇ, ਜੋ ਵੀ ਕਰੇਗਾ ਉਹ ਆਈਨੈਸ ਤੋਂ ਬਾਹਰ ਆਏਗਾ। ਗੱਲ ਉਹ ਤਰੀਕਾ ਹੈ ਉਹਦਾ। ਅਸੀਂ ਮੈਡੀਟੇਸ਼ਨ ਸਿਖਾਉਂਦੇ ਲੋਕਾਂ ਨੂੰ, ਹੁਣ ਮੈਡੀਟੇਸ਼ਨ ਸਿਖਾਉਣੀ ਸ਼ੁਰੂ ਕੀਤੀ ਹੈ ਵੀ ਵਾਹਿਗੁਰੂ ਜਾਪ ਕਰੋ, ਵਾਹਿਗੁਰੂ ਜਾਪ ਕਰਕੇ ਅੰਤਰਮੁਖੀ ਹੋ ਕੇ ਆਪਣੀ ਉਹਨੂੰ ਦੇ ਬਾਰੇ ਸੋਚੋ, ਜੋ ਤੁਹਾਡੇ ਵਿਚਾਰ ਆਉਂਦੇ ਆ। ਅਤੇ ਵਿਚਾਰ ਵੀ ਤੁਹਾਨੂੰ ਅਲਟੀਮੇਟਲੀ ਜਦੋਂ ਤੁਸੀਂ ਅੰਤਰਮੁਖੀ ਗੱਲ ਹੋ ਕੇ ਆਪਣੇ ਡਿਪਰੈਸ਼ਨ ਦੇ ਉੱਪਰ ਮੈਡੀਟੇਸ਼ਨ ਕਰਦੇ ਹੋ ਤਾਂ ਕੁਦਰਤ ਤੁਹਾਨੂੰ ਇਹ ਗੱਲ ਮੈਸੇਜ ਦੇ ਜਾਂਦੀ ਹੈ, ਬੱਚੇ ਕੀ ਖਾਸ ਗੱਲ ਹੈ, ਇਹ ਨਿੱਕੀ ਜਿਹੀ ਗੱਲ ਹੈ, ਤੂੰ ਨਿਕਲ ਬਾਹਰ, ਬਾਕੀ ਲੋਕਾਂ ਨਾਲ ਜੁੜ, ਤੂੰ ਆਪਣੀ ਸਮੱਸਿਆਵਾਂ ਹੱਲ ਕਰ, ਆ ਫਲਾਣੇ ਨਾਲ ਜੋੜ, ਆਪਣੇ ਜੋ ਪਰਿਵਾਰ ਨਾਲ ਜੋੜ, ਆਪਣੇ ਰਿਸ਼ਤੇਦਾਰੀਆਂ ਨਾਲ ਜੋੜ, ਆਪਣੇ ਦੋਸਤਾਂ ਮਿੱਤਰਾਂ ਨਾਲ ਜੋੜ, ਅਤੇ ਉੱਥੇ ਰਲ ਕੇ ਕੰਮ ਕਰ। ਉਹ ਫਿਰ ਵੀ ਉਹ ਵੀ ਮੈਸੇਜ ਉੱਥੇ ਉਹੀ ਆਉਣਾ। ਸੋ ਇਹ ਨਿੱਕਾ ਜਿਹਾ ਮੇਰੇ ਖਿਆਲ ਸਟੈਪ ਹੈ, ਜੇ ਆਪਾਂ ਇਹ ਕ੍ਰਾਸ ਕਰ ਜਾਈਏ ਤਾਂ ਕੋਈ ਡਿਪਰੈਸ਼ਨ ਨਹੀਂ ਹੈ। ਔਰ ਫਿਰ ਆਪਣੇ ਵਿਰਸੇ ਨੂੰ ਯਾਦ ਰੱਖੀਏ, ਜਿਹੜੇ ਸਭ ਤੋਂ ਵੱਡੀ ਗੱਲ ਹੈ। ਜਦੋਂ ਅਸੀਂ ਵਿਰਸਾ ਹੀ ਭੁੱਲ ਗਏ, ਤੁਸੀਂ ਦੇਖੋ ਜਿਹੜਾ ਸਾਡਾ ਵਿਰਸਾ ਕਿੱਥੇ ਆ? ਗੁਰੂ ਗੋਬਿੰਦ ਸਿੰਘ ਚਮਕੌਰ ਦੀ ਗੜੀ 'ਚ ਨੇ। ਸਿੰਘਾਂ ਨੇ ਉਹਨਾਂ ਨੂੰ ਕਹਿ ਦਿੱਤਾ ਵੀ ਤੁਸੀਂ ਜਾਓ, ਤੁਸੀਂ ਤੁਹਾਡੇ ਬਿਨਾਂ ਇੱਥੇ ਹੁਣ ਜਿਹੜਾ ਜੰਗ ਹੈ ਇਹਦੇ ਸਿੰਘ ਸ਼ਹੀਦੀਆਂ ਹੋਣੀਆਂ ਨੇ, ਅਤੇ ਤੁਸੀਂ ਨਿਕਲ ਜਾਓ ਕਿ ਤੁਹਾਡੀ ਲੋੜ ਹੈ ਕੌਮ ਨੂੰ। ਅਤੇ ਗੁਰੂ ਸਾਹਿਬ ਨੇ ਹੁਕਮ ਮੰਨ ਲਿਆ, ਨਿਕਲ ਤੁਰੇ ਉੱਥੋਂ। ਉਹਨਾਂ ਨੂੰ ਕਿਹਾ ਵੀ ਸਾਹਿਬਜ਼ਾਦਿਆਂ ਨੂੰ ਨਾਲ ਲੈ ਜਾਓ। ਕਹਿੰਦੇ ਨਾ, ਇਹ ਸਾਹਿਬਜ਼ਾਦੇ ਇੱਥੇ ਲੜਨਗੇ, ਅਤੇ ਸਾਹਿਬਜ਼ਾਦੇ ਉੱਥੇ ਛੱਡ ਕੇ ਗਏ। ਸਾਹਿਬਜ਼ਾਦਿਆਂ ਨੇ ਵੀ ਨਹੀਂ ਜਾਣ ਤੇ ਹਾਮੀ ਭਰੀ, ਉਹ ਵੀ ਕਹਿੰਦੇ ਅਸੀਂ ਲੜਾਂਗੇ। ਕਿ ਇਹ ਕੌਮ ਹੈ, ਉਸ ਵਿਰਸੇ ਦੀ ਕੌਮ ਕਹੇ ਵੀ ਅਸੀਂ ਤਾਂ ਸਾਨੂੰ ਤਾਂ ਡਿਪਰੈਸ਼ਨ ਹੋਇਆ, ਕਿੱਡੀ ਮਾੜੀ ਗੱਲ ਹੈ, ਕਿੰਨਾ ਗੈਪ ਹੈ। ਸੋ ਉਹ ਵਿਰਸੇ ਨੂੰ ਯਾਦ ਕਰੀਏ ਅਸੀਂ। ਕਿੱਥੇ ਗੁਰੂ ਨਾਨਕ ਸਾਹਿਬ ਦੁਨੀਆ ਤਰਨ ਲਈ ਪੈਦਲ ਤੁਰ ਪਏ, ਦੋ ਦੋਸਤ ਨਾਲ ਲਏ, ਅਤੇ ਉਹ ਸਾਡਾ ਐਸਾ ਵਿਰਸਾ ਜਿਹੜਾ ਸਾਡਾ ਹੈ ਉਹ ਬੜਾ ਕਮਾਲ ਦਾ ਵਿਰਸਾ ਹੈ ਸਾਡੇ। ਤਾਂ ਇਹ ਸਿਰਜਣ ਦੀ ਤਾਂ ਸੱਭਿਅਤਾ ਦੀ ਇਤਿਹਾਸ ਹੀ ਬੜਾ ਕਮਾਲ ਦਾ। ਤਾਂ ਉਹ ਇਤਿਹਾਸ ਨੂੰ ਮਾੜਾ ਜਿਹਾ ਅਸੀਂ ਦੇਖੀਏ ਤਾਂ ਅਸੀਂ ਤਾਂ ਵੈਸੇ ਹੀ ਚੜ੍ਹਦੀ ਕਲਾ 'ਚ ਆ ਜਾਵਾਂਗੇ। ਦੂਜੀ ਸਾਇੰਸ ਜਿਹੜੀ ਹੈ ਬੜੀ ਸੋਹਣਾ ਕਹਿ ਰਹੀ ਹੈ ਕਿ ਭਾਈ ਆਈਨੈਸ ਤੋਂ ਵੀਨੈਸ 'ਚ ਆ ਜਾਓ, ਸਭ ਸਮੱਸਿਆਵਾਂ ਦਾ ਹੱਲ ਹੈ ਕਿ ਇਕੱਠੇ ਹੋ ਕੇ ਸਮਾਜ 'ਚ ਸਿਰ ਜੋੜੋ ਅਤੇ ਹੱਥ ਜੋੜੋ। ਕੋਈ ਕਿਸੇ ਦੀ ਹਿੰਮਤ ਨਹੀਂ ਤੁਹਾਡਾ ਕੁਝ ਵਿਗਾੜ ਜਾਵੇ। ਕੋਈ ਵੱਡੇ ਤੋਂ ਵੱਡੇ ਰਾਜੇ ਆਏ, ਬੜੇ ਸਿਕੰਦਰ ਆਏ ਅਤੇ ਬੜੇ ਆਏ ਅਤੇ ਤੁਰ ਗਏ। ਤੋ ਅੱਜ ਹਾਲਾਤ ਠੀਕ ਹੈ, ਮਾੜੇ ਨੇ, ਸਰਕਾਰਾਂ ਮਾੜੀਆਂ ਨੇ, ਕੋਈ ਬਾਂਹ ਫੜਨ ਲਈ ਤਿਆਰ ਨਹੀਂ ਹੈ। ਉਹਦੇ ਨਾਲ ਜਿਹੜਾ ਸਮਾਜ ਸੰਕਟ 'ਚ ਹੈ, ਉਹ ਸੰਕਟ ਦੀ ਇੱਕ ਰੂਪ ਡਿਪਰੈਸ਼ਨ ਹੈ। ਜਿਹੜਾ ਸਾਡਾ ਜਿਸ ਸੰਕਟ 'ਚ ਸਮਾਜ ਫਸਿਆ ਹੋਇਆ ਹੈ, ਉਸ ਸੰਕਟ ਦਾ ਹੀ ਇੱਕ ਪਰਛਾਈ ਜਿਹੜੀ ਹੈ ਉਹ ਡਿਪਰੈਸ਼ਨ ਹੈ। ਅਤੇ ਜਦੋਂ ਤੁਸੀਂ ਇਹਦੇ ਸੰਕਟ 'ਚੋਂ ਨਿਕਲ ਜਾਓਗੇ ਇਕੱਠੇ ਹੋ ਕੇ, ਜਾਂ ਲੜੋਗੇ ਵੀ, ਨਿਕਲਣਾ ਤਾਂ ਦੂਰ ਦੀ ਗੱਲ ਹੈ, ਜਦੋਂ ਲੜਨਾ ਵੀ ਸ਼ੁਰੂ ਕਰਦਾ ਬੰਦਾ ਫਿਰ ਵੀ ਡਿਪਰੈਸ਼ਨ 'ਚੋਂ ਨਿਕਲ ਜਾਂਦਾ। ਫਿਰ ਉਹ ਲੜਦਾ ਹੈ, ਉਲਟ ਪਾਸੇ ਆ ਜਾਂਦਾ, ਉਹ ਲੜਦਾ ਚੜ੍ਹਦੀ ਗੱਲਾਂ 'ਚ ਰਹਿ ਕੇ ਫਿਰ ਡਿਪਰੈਸ਼ਨ 'ਚ ਨਹੀਂ ਰਹਿੰਦਾ। ਸੋ ਆਪਾਂ ਸਾਰੀਆਂ ਗੱਲਾਂ ਜਿਹੜੀਆਂ ਨੇ ਇਹਨਾਂ ਨੂੰ ਯਾਦ ਕਰੀਏ, ਆਪਣੇ ਵਿਰਸਿਆਂ ਨੂੰ ਯਾਦ ਕਰੀਏ, ਔਰ ਵਿਗਿਆਨ ਨੂੰ ਯਾਦ ਕਰੀਏ। ਗੱਲ ਕੁਛ ਨਹੀਂ ਹੈ, ਐਵੇਂ ਨਿੱਕਾ ਜਿਹਾ ਸਟੈਪ ਹੈ।
ਆਪਣੇ ਆਪਣੇ ਖੋਲ ਚੋਂ ਬਾਹਰ ਆ ਕੇ ਦੁਨੀਆ ਦੇਖੋ। ਦੁਨੀਆ ਬਹੁਤ ਸੋਹਣੀ ਹੈ, ਕੁਦਰਤ ਬਹੁਤ ਸੋਹਣੀ ਹੈ। ਬਾਕੀ ਡਿਪਰੈਸ਼ਨ 'ਚ ਵੀ ਅਲਟੀਮੇਟਲੀ ਮੌਤ ਹੀ ਹੈ ਨਾ, ਤੇ ਮਰਨਾ ਤਾਂ ਡਿਪਰੈਸ਼ਨ 'ਚ ਕਿਉਂ ਮਰਨਾ? ਲੜ ਕੇ ਮਰੋ, ਕੁਛ ਕਰਕੇ ਮਰੋ, ਜ਼ਿੰਦਗੀ ਨੂੰ ਸੋਹਣਾ ਬਣਾ ਕੇ ਮਰੋ। ਜੇ ਮਰਨਾ ਹੀ ਹੈ ਤਾਂ ਮੌਤ ਯੋਧੇ ਦੀ ਮੌਤ ਜਿਹੜੀ ਹੁੰਦੀ ਆ, ਤੇ ਡਿਪਰੈਸ਼ਨ ਦੀ ਮੌਤ ਆ, ਤੇ ਕਿੱਡਾ ਜ਼ਮੀਨ ਸਮਾਨ ਦਾ ਫਰਕ ਹੈ। ਜੇ ਮਰਨਾ ਹੀ ਤਾਂ ਯੋਧੇ ਦੀ ਮੌਤ ਮਰੋ, ਠੀਕ ਹੈ ਨਾ। ਸੋ ਇਹ ਜਿਹੜਾ ਵਰਤਾਰਾ ਸਾਡੇ ਸਮਾਜ 'ਚ ਹੈਗਾ, ਆਪਾਂ ਨੂੰ ਉਹਨੂੰ ਯਾਦ ਰੱਖਣਾ ਚਾਹੀਦਾ। ਬਹੁਤ ਬਹੁਤ ਧੰਨਵਾਦ ਅਫਸਰ, ਤੁਸੀਂ ਆਪਣਾ ਕੀਮਤੀ ਸਮਾਂ ਦਾ ਬਹੁਤ ਬਹੁਤ ਧੰਨਵਾਦ। ਸੋ ਉਮੀਦ ਕਰਦਾ ਦਰਸ਼ਕੋ ਤੁਹਾਨੂੰ ਵੀ ਵੀਡੀਓ ਜਿਹੜੀ ਹੈ ਚੰਗੀ ਲੱਗੀ ਹੋਊਗੀ, ਕਿਉਂਕਿ ਵਿਸ਼ਾ ਬਹੁਤ ਗੰਭੀਰ ਸੀਗਾ। ਕਿਉਂਕਿ ਅੱਜ ਕੱਲ੍ਹ ਜੇ ਕਿਸੇ ਵੀ ਫੈਮਿਲੀ ਦੇ ਵਿੱਚ ਮੈਂ ਗੱਲ ਕਰਾਂ ਤਾਂ ਜ਼ਿਆਦਾਤਰ ਲੋਕ ਐਸੇ ਨੇ ਵੀ ਅਕਸਰ ਕਹਿ ਦਿੰਦੇ ਨੇ ਕਿ ਯਾਰ ਸਾਡੇ ਇਸ ਪੇਸ਼ੈਂਟ ਨੂੰ ਜਾਂ ਫਲਾਣੇ ਪਰਿਵਾਰ ਦੇ ਮੈਂਬਰ ਨੂੰ ਡਿਪਰੈਸ਼ਨ ਹੋਇਆ ਹੋਇਆ। ਇਹ ਬਿਮਾਰੀ ਤਾਂ ਨਹੀਂ, ਪਰ ਬਿਮਾਰੀਆਂ ਤੋਂ ਵੀ ਭੈੜੀ ਹੋ ਚੁੱਕੀ ਅੱਜ ਕੱਲ੍ਹ। ਕਿਉਂਕਿ ਬਾਕੀ ਬਿਮਾਰੀਆਂ ਦਾ ਤਾਂ ਆਪਾਂ ਕਹਿ ਸਕਦੇ ਕਿ ਦਵਾਈਆਂ ਖਾ ਕੇ ਇਲਾਜ ਹੋ ਸਕਦਾ ਆ, ਪਰ ਇਹ ਬਿਮਾਰੀ ਐਸੀ ਹੈ ਕਿ ਦਵਾਈਆਂ ਤੋਂ ਬਿਨਾਂ ਠੀਕ ਕੀਤੀ ਜਾ ਸਕਦੀ ਹੈ। ਪਰ ਫਿਰ ਵੀ ਲੋਕ ਕਿਤੇ ਨਾ ਕਿਤੇ ਡਾਕਟਰਾਂ ਦੇ ਕੋਲ ਜਾਂਦੇ ਨੇ, ਇਸ ਚੀਜ਼ ਦੀ ਜਾਣਬੁੱਝ ਕੇ ਮੈਡੀਸਨ ਲੈਣ ਦੀ ਕੋਸ਼ਿਸ਼ ਕਰਦੇ ਨੇ। ਪਰ ਜਿਵੇਂ ਡਾਕਟਰ ਅਮਰ ਸਿੰਘ ਆਜ਼ਾਦ ਨੇ ਦੱਸਿਆ ਕਿ ਇਸ ਚੀਜ਼ ਦਾ ਇਲਾਜ ਇਹੀ ਹੈ ਕਿ ਕਿਵੇਂ ਮੈਂ ਨੂੰ ਛੱਡ ਕੇ ਆਪਾਂ ਦੇ ਬਾਰੇ ਜੇ ਆਪਾਂ ਸੋਚਣ ਲੱਗੀਏ, ਆਪਣੇ ਬਾਰੇ ਸੋਚਣ ਲੱਗੀਏ, ਪਰਿਵਾਰ ਬਾਰੇ ਸੋਚਣ ਲੱਗੀਏ, ਤਾਂ ਕਿਤੇ ਨਾ ਕਿਤੇ ਇਹ ਡਿਪਰੈਸ਼ਨ ਵਰਗੇ ਭਿਆਨਕ ਰੋਗ ਤੋਂ ਵੀ ਆਪਾਂ ਮੁਕਤ ਹੋ ਸਕਦੇ ਹਾਂ। ਉਮੀਦ ਕਰਦਾ ਵੀਡੀਓ ਚੰਗੀ ਲੱਗੀ ਹੋਵੇ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਐਸੀਆਂ ਹੋਰ ਵੀਡੀਓਜ਼ ਸਮੇਂ-ਸਮੇਂ ਸਿਰ ਤੁਹਾਡੇ ਤੱਕ ਸਾਂਝੀ ਕਰਦਾ ਰਹੂੰਗਾ। ਤਦ ਤੱਕ ਲਈ ਮੈਨੂੰ ਯਾਨੀ ਕਿ ਗੁਰਪ੍ਰੀਤ ਸਿੰਘ ਬੱਲ ਨੂੰ ਦਿਓ ਇਜਾਜ਼ਤ, ਤੇ ਵੇਖਦੇ ਰਹੋ ਪੰਜਾਬ ਨਿਊਜ਼। ਧੰਨਵਾਦ।